ਆਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰਾਂ ਦੀ ਪਿਆਰੀ ਸਵਾਰੀ ਸਾਧ ਸੰਗਤ ਸਰਬੱਤ ਮਾਈ ਭਾਈ, ਜੋ ਇਸ ਸਮੇਂ ਦੇ ਦੌਰਾਨ ਅੱਜ ਦੇ ਦਿਹਾੜੇ ਦੇ ਸੰਬੰਧ ਵਿੱਚ ਧੰਨ ਧੰਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਪੂਰੀ ਵਾਲੇ ਤਿੰਨਾਂ ਦੇ ਪਵਿੱਤਰ ਸਥਾਨਾਂ 'ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਹਾਜ਼ਰੀਆਂ ਭਰ ਕੇ ਸਮਾਂ ਸਫਲ ਕਰ ਰਹੇ ਹੋ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਗੁਰਸਿੱਖੀ ਜੀਨ ਬਖਸ਼ਣਾ, ਅੰਗ ਸੰਗ ਸਹਾਇਤਾ ਕਰਨ, ਹਲਤ ਪਲਤ ਸਹਾਈ ਰਹਿਣ। ਗੁਰੂ ਪਿਆਰੀ ਸਾਧ ਸੰਗਤ, ਜੋ ਹੁਕਮ ਹੋਇਆ ਹੈ ਕਿ ਅੱਜ ਦਾ ਜੋ ਦਿਹਾੜਾ ਆਰੰਭ ਹੋ ਰਿਹਾ ਹੈ, ਮਹੀਨਾ ਅੱਜ ਤੋਂ ਸੰਗਰਾਂਦ ਪ੍ਰਵੇਸ਼ ਹੋਈ ਹੈ। ਸਤਿਗੁਰੂ ਕਿਰਪਾ ਕਰਨ, ਪਿਛਲੀਆਂ ਭੁੱਲਾਂ ਚੁੱਕਾਂ ਮਾਫ ਕਰਨ। ਇਹ ਮਹੀਨਾ ਅਤੇ ਆਉਣ ਵਾਲਾ ਸਮਾਂ ਸਰਬੱਤ ਦਾ ਲਾਹੇਵੰਦ ਹੋਵੇ। ਇਸ ਦੇ ਨਾਲ ਬੇਨਤੀ ਹੈ, ਕੁਝ ਕਹਿਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸੰਗਤ ਜੀ, ਆਪ ਜੀ ਨੇ ਪਿਛਲਾ ਮਹੀਨਾ ਜਿਹੜਾ ਹੈ ਉਹਦੇ ਬਾਰੇ ਸਤਿਗੁਰਾਂ ਦੀ ਕਿਰਪਾ ਅਨੁਸਾਰ ਜੋ ਵਿਚਾਰ ਸਰਵਣ ਕੀਤੀ ਹੈ ਕਿ ਮੰਗਰ ਮਹੀਨਾ ਜਿਹੜਾ ਕਿਹਾ ਜਾਂਦਾ ਹੈ ਮਨ ਘਰ ਜਾਂ ਮੇਰਾ ਘਰ, ਭਾਵ ਜਿਹੜਾ ਜੀਵ ਨੂੰ ਪਰਮੇਸ਼ਰ ਨੇ ਘਰ ਗ੍ਰਹਿ ਬਖਸ਼ਿਆ ਹੈ, ਉਹਦੇ ਵਿੱਚ ਜੋ ਜੀਵ ਰਹਿੰਦਾ ਹੈ ਉਸ ਜੀਵ ਦੇ ਅੰਦਰ ਜਿਹੜਾ ਮਨ ਹੈ ਅਤੇ ਮਨ ਦੇ ਵਿੱਚ ਜਿਹੜਾ ਹੈ ਜਿਹਦੇ ਪਰਮੇਸ਼ਰ ਵਸ ਜਾਂਦਾ ਹੈ, ਅਤੇ ਉਹਦਾ ਜਿਹੜਾ ਹੈ ਉਹ ਸਰੀਰ, ਉਹ ਸਮਾਂ, ਗ੍ਰਹਿ ਸਭ ਕੁਝ ਪਵਿੱਤਰ ਹੋ ਜਾਂਦਾ ਹੈ। ਅਤੇ ਜਿਹੜਾ ਅੱਜ ਦਾ ਮਹੀਨਾ ਹੈ ਪੋਖ, ਸਤਿਗੁਰਾਂ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ, ਇਹ ਸੰਸਕ੍ਰਿਤ ਭਾਸ਼ਾ ਦੇ ਅਨੁਸਾਰ ਪੋਖ ਸ਼ਬਦ ਹੈ ਅਤੇ ਕਈਆਂ ਭਾਸ਼ਾਵਾਂ ਵਿੱਚ ਇਹਨੂੰ ਪੋਸ਼ ਵੀ ਲਿਖਿਆ ਹੈ। ਅਤੇ ਇਸ ਦਾ ਜੋ ਭਾਵ ਅਰਥ ਬਣਦਾ, ਅੱਖਰੀ ਅਰਥ ਜਿਹੜਾ ਹੈ ਕਿ ਜਿਵੇਂ ਆਪਾਂ ਕਈ ਇਹਦੇ ਤਰ੍ਹਾਂ ਦੇ ਭਾਵ ਦੱਸੇ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਗੁਰੂ ਦੀ ਕਿਰਪਾ ਅਨੁਸਾਰ ਜਾਣਨਾ ਕਰੀਏ ਕਿ ਪੋਖ ਤੋਂ ਭਾਵ ਹੁੰਦਾ ਜਿਵੇਂ ਇਹਨੇ ਪਾਲਣ ਪੋਸ਼ਣ ਕਰਨਾ, ਕਿਸੇ ਦੀ ਪਾਲਣਾ ਕਰਨੀ, ਪਰਵਰਿਸ਼ ਕਰਨੀ। ਇਸੇ ਤਰ੍ਹਾਂ ਪੋਖ ਦਾ ਅਰਥ ਹੈ ਜਿਵੇਂ ਆਪਾਂ ਕੋਈ ਮੇਜ਼ ਦੇ ਉੱਪਰ ਕੋਈ ਕੱਪੜਾ ਪਾਉਂਦੇ ਤਾਂ ਕਹਿੰਦੇ ਮੇਜ਼ ਪੋਸ਼ ਹੈ। ਇਸੇ ਤਰ੍ਹਾਂ ਸਿਰ 'ਤੇ ਕੋਈ ਚੀਜ਼ ਬੰਨ੍ਹਣ ਵਾਲੀ ਨੂੰ ਸਿਰ ਪੋਚ ਵੀ ਕਿਹਾ ਜਾਂਦਾ ਹੈ, ਸਿਰ 'ਤੇ ਰੱਖਣ ਵਾਲੀ, ਜਾਂ ਕਿਸੇ ਹੋਰ ਸਾਧਨ ਦੇ ਉੱਪਰ ਜਿਹੜਾ ਵੀ ਕੋਈ ਉਹਦਾ ਹਿੱਸਾ ਹੁੰਦਾ ਉਹਨੂੰ ਵੀ ਸਿਰ ਪੋਚ ਕਿਹਾ ਜਾਂਦਾ। ਜਿਵੇਂ ਆਮ ਕਰਕੇ ਪੁਰਾਣੇ ਸਮੇਂ 'ਚ ਜਿਹੜੇ ਵੇਲਣੇ ਹੁੰਦੇ ਸਨ ਉਹਦੇ ਉੱਪਰ ਜਿਹੜਾ ਜਿਹਦੇ ਵਿੱਚ ਗਾੜੀ ਪਾਈ ਜਾਂਦੀ ਸੀ ਗੇੜਨ ਵਾਲੀ, ਉਹਨੂੰ ਵੀ ਸਿਰਪੋਚ ਕਿਹਾ ਜਾਂਦਾ ਸੀ ਕਿ ਉੱਪਰ ਸਿਰ ਹੈ ਉਸ ਦਾ। ਸੋ ਇੱਥੇ ਭਾਵ ਇਹ ਬਣਦਾ ਹੈ ਕਿ ਜਿਹੜਾ ਸਾਡਾ ਮਨ ਹੈ, ਹਿਰਦਾ ਹੈ, ਸਰੀਰ ਹੈ, ਇਹਦੇ ਵਿੱਚ ਜਿਹੜਾ ਮਨ ਹੈ ਉਹਦੇ ਉੱਪਰ ਜੋ ਸਤਿਗੁਰਾਂ ਨੇ ਸਾਨੂੰ ਚਮੜੀ ਦਾ ਲੇਪ ਦਿੱਤਾ ਹੈ ਅਤੇ ਇਹਨੂੰ ਰੱਖਿਆ ਕਰਨ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹੁਣ ਭਾਈ ਇਹ ਜਿਹੜਾ ਸਰੀਰ ਹੈ ਇਹਦੀ ਕਿਵੇਂ ਸਫਲਤਾ ਹੁੰਦੀ ਹੈ। ਇਸ ਮਹੀਨੇ ਦੇ ਵਿੱਚ ਸਤਿਗੁਰਾਂ ਨੇ ਇਸ ਮਹੀਨੇ ਨੂੰ ਸਫਲ ਕਰਨ ਵਾਸਤੇ ਅਤੇ ਇਹਦਾ ਭਾਵ ਅਰਥ ਜੋ ਦੱਸਿਆ ਹੈ, ਪਹਿਲਾਂ ਆਪ ਜੀ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਉਚਾਰਿਆ ਹੋਇਆ 12 ਮਹਾ ਮਾਝ ਰਾਗ ਦੇ ਵਿੱਚ, ਉਸ ਦੇ ਵਿੱਚੋਂ ਇਹ ਸ਼ਬਦ ਸਰਵਣ ਕੀਤਾ ਹੈ। ਇਸ ਮਹੀਨੇ ਦੇ ਸੰਬੰਧ ਵਿੱਚ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਪੰਜਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਕਰਤਾਰਪੁਰ ਦੀ ਧਰਤੀ ਵਿੱਚ ਇਹ ਤੁਖਾਰੀ ਰਾਗ ਵਿੱਚ 12ਵਾਂ ਉਚਾਰਨ ਕੀਤਾ, ਇਹਦੇ ਵਿੱਚ ਜੋ ਅੱਜ ਦਾ ਫਰਮਾਨ ਸਤਿਗੁਰਾਂ ਬਖਸ਼ਿਸ਼ ਕੀਤਾ ਹੈ, ਆਓ ਸਰਵਣ ਕਰੀਏ, ਉਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਬੜਾ ਕੁਝ
ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਕਿ ਇੱਕ ਤੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਇਸੇ ਮਹੀਨੇ ਦੇ ਵਿੱਚ ਮੁੜ ਕੇ ਜਿਹੜਾ ਅੰਗਰੇਜ਼ੀ ਜਿਹੜਾ ਸਾਲ ਹੈ ਈਸਵੀ ਸਨ ਆਰੰਭ ਹੁੰਦਾ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆਂ ਉਹਦਾ ਭਾਵ-ਅਰਥ ਸਮਝਣ ਵਾਸਤੇ ਵੀ ਸਤਿਗੁਰਾਂ ਨੇ ਜੋ ਸਮਝਾਉਣਾ ਕੀਤਾ, ਮਹਾਂਪੁਰਖਾਂ ਨੇ ਇਹਦੇ ਵਿੱਚੋਂ ਭਾਵ-ਅਰਥ ਉਹ ਦੱਸਣਾ ਕੀਤਾ ਹੈ। ਫਿਰ ਆਪ ਜੀ ਨੇ ਸਰਵਣ ਕੀਤਾ ਕਿ ਇਹ ਮਹੀਨਾ ਕੁਰਬਾਨੀਆਂ ਭਰਿਆ ਹੈ। ਮਹਾਨ ਸ਼ਖਸੀਅਤਾਂ ਨੇ ਪਰਉਪਕਾਰ ਵਾਸਤੇ ਆਪਣੇ ਤਨ ਮਨ ਧਨ ਇਸ ਪੰਥ ਤੋਂ, ਦੇਸ਼ ਤੋਂ, ਕੌਮ ਤੋਂ ਵਾਰ ਨਾ ਕੀਤੇ ਹਨ। ਇਸ ਦੇਸ਼ ਦੇ ਸੰਸਾਰ ਦੇ ਭਲੇ ਵਾਸਤੇ ਪਰਉਪਕਾਰ ਕੀਤਾ ਹੈ। ਸੋ ਗੁਰੂ ਕੀ ਸਾਧ ਸੰਗਤ ਆਓ ਪਹਿਲਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਜੋ ਫਰਮਾਨ ਕਰਦੇ ਹਨ ਕਿ ਭਾਈ ਇਹ ਜਿਹੜਾ ਮਹੀਨਾ ਹੈ ਇਹ ਸਮੇਂ ਦੇ ਅਨੁਸਾਰ ਜਿਵੇਂ ਸਮਾਂ ਚੱਲਦਾ ਹੈ, ਨਵਾਂ ਸਾਲ ਆਰੰਭ ਹੋਣਾ ਹੈ, ਇਸੇ ਤਰ੍ਹਾਂ ਇਹ ਮਹੀਨਾ ਜਿਹੜਾ ਆਰੰਭ ਹੁੰਦਾ ਹੈ ਅਤੇ ਪੁਰਾਤਨ ਸਮੇਂ ਤੋਂ ਪੁਰਾਣੇ ਜੋ ਸਿਆਣੇ ਪੁਰਖਾਂ ਨੇ ਉਹਨਾਂ ਸਮੇਂ ਦੀ ਵੰਡ ਕੀਤੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਘੱਟ ਸ਼ਬਦ ਬੋਲੀਏ, ਘੱਗਾ ਅਤੇ ਟੈਂਕਾ ਦੋ ਅੱਖਰ ਹਨ, ਇਹ ਬੋਲਦਿਆਂ ਕਹਿੰਦੇ ਹਨ 2 ਖਿਨ ਲੰਘ ਜਾਂਦੇ ਹਨ। ਇੰਨੇ ਆਖਣ ਦੇ ਵਿੱਚ ਇੰਨਾ ਇਹ ਸਮਾਂ ਹੈ ਅਤੇ ਇਸ ਤੋਂ ਬਾਅਦ ਇਹਦਾ 6ਵਾਂ ਹਿੱਸਾ ਜਿਹੜਾ ਹੈ ਇਹਨੂੰ ਚੁੱਖ ਕਿਹਾ ਜਾਂਦਾ ਹੈ। ਇੱਕ ਖਿਨ ਦਾ 6ਵੇਂ ਹਿੱਸੇ ਨੂੰ ਚੁੱਖ ਕਿਹਾ ਜਾਂਦਾ ਹੈ ਅਤੇ ਜਿਹੜਾ 12ਵਾਂ ਹਿੱਸਾ ਹੈ ਉਹਨੂੰ ਬਿੰਦ ਕਹਿੰਦੇ ਹਨ। ਇਹ ਥੋੜ੍ਹੇ ਤੋਂ ਥੋੜ੍ਹਾ ਸਮਾਂ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਇੱਕ ਵਾਰ ਅੱਖਾਂ ਬੰਦ ਕਰਕੇ ਖੋਲ੍ਹੀਆਂ ਜਾਣ ਤੈਨੂੰ ਨਿਮਖ ਕਿਹਾ ਜਾਂਦਾ ਹੈ ਅਤੇ 15 ਵਾਰ ਅੱਖਾਂ ਬੰਦ ਕਰਕੇ ਖੋਲ੍ਹੀਏ ਅਤੇ ਨਿਮਖ ਤੋਂ ਬਾਅਦ ਫਿਰ ਇਸੇ ਤਰ੍ਹਾਂ ਵਿਸ਼ਾ ਬਣਦਾ ਹੈ, ਫਿਰ ਚਸਾ ਬਣਦਾ ਹੈ, ਫਿਰ ਪਲ ਹੁੰਦੇ ਹਨ, ਘੜੀਆਂ, ਪੈਰ, ਦਿਨ, ਹਫ਼ਤਾ, ਮਹੀਨਾ, ਸਾਲ, ਫਿਰ ਸਦੀਆਂ। ਇਸ ਪ੍ਰਕਾਰ ਸਮੇਂ ਦੀ ਵੰਡ ਕੀਤੀ ਹੈ। ਦੂਜੇ ਅਰਥਾਂ ਵਿੱਚ ਇਹ ਕਿਹਾ ਜਾਂਦਾ ਵੀ ਜੇ ਸਕਿੰਟ ਹੈ, ਫਿਰ ਮਿੰਟ ਹੈ, ਮਿੰਟ ਤੋਂ ਬਾਅਦ ਘੰਟਾ, ਇਸੇ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਸਮੇਂ ਦੀ ਵੰਡ ਕੀਤੀ ਗਈ ਹੈ। ਭਾਵ ਇਹ ਸਮਾਂ ਜਿਹੜਾ ਹੈ ਸਤਿਗੁਰਾਂ ਨੇ ਨਿਚੋੜ ਵਿੱਚ ਸਮੂਹ ਇਹ ਜਿਹੜਾ ਭਾਵ ਦੱਸਣਾ ਕੀਤਾ ਸਮੁੱਚੇ ਤੌਰ 'ਤੇ ਕਿ ਮਹਾਂ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਸਤਿਗੁਰੂ ਜੀ ਕਹਿੰਦੇ ਸਾਰਾ ਹੀ ਸਮਾਂ ਤਾਂ ਸਫਲ ਹੋਵੇਗਾ ਜੇ ਉਸ ਪਰਮੇਸ਼ਰ ਦੀ ਸਾਡੇ ਉੱਤੇ ਮਿਹਰ ਭਰੀ ਨਜ਼ਰ ਹੋਵੇ ਅਤੇ ਇਹ ਜੀਵ ਉਹਦੇ ਅੱਗੇ ਫਰਿਆਦ ਕਰੇ ਅਤੇ ਉਹਨੂੰ ਇਹ ਦਾਨ ਬਖਸ਼ਣਾ ਕਰੇ। ਸੋ ਅੱਜ ਦਾ ਜਿਹੜਾ ਮਹੀਨਾ ਇਹਦੀ ਰਮਤਾ ਹੈ, ਸਤਿਗੁਰੂ ਜੀ ਕਹਿ ਰਹੇ ਹਨ ਕਿ ਭਾਈ ਇਹ ਜਿਵੇਂ ਮਹੀਨੇ ਵਿੱਚ ਪਾਲਾ ਅਤੇ ਠੰਡ ਹੈ, ਬਰਫ਼ ਪੈਂਦੀ ਹੈ ਅਤੇ ਆਪ ਜਾਣਦੇ ਹੋ, ਭਾਵੇਂ ਸੰਗਤਾਂ ਨੇ ਅੱਗੇ ਵੀ ਬਚਨ ਸੁਣਿਆ ਹੈ, ਪਰ ਗੁਰੂ ਕੀ ਬਾਣੀ ਨੂੰ ਜਿੰਨੀ ਵਾਰ ਵੇਖਿਆ ਜਾਵੇ, ਵਿਚਾਰਿਆ ਜਾਵੇ, ਸੁਣਿਆ ਜਾਵੇ, ਓਨਾ ਹੀ ਲਾਭ ਵੱਧ ਹੁੰਦਾ ਹੈ। ਕਿਉਂਕਿ ਜਿਵੇਂ ਇੱਕ ਵਾਰ 7ਵੇਂ ਪਾਤਸ਼ਾਹ ਜੀ ਦੇ ਕੋਲ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਅਸੀਂ ਥੋੜ੍ਹੀ ਸਮਝ ਵਾਲੇ ਜੀਵ ਹਾਂ, ਕਿਰਪਾ ਕਰੋ, ਸਾਨੂੰ ਬਾਣੀ ਦਾ ਬੋਧ ਅਰਥ ਜਿਹੜਾ ਕੋਈ ਪਤਾ ਨਹੀਂ ਕੀ ਹੈ, ਅਤੇ ਜੇ ਅਸੀਂ ਗੁਰਬਾਣੀ ਪੜ੍ਹਦੇ ਜਾਂ ਸੁਣਦੇ ਹਾਂ ਅਤੇ ਸਤਿਗੁਰੂ ਕਿਰਪਾ ਕਰੋ ਸਾਨੂੰ ਦੱਸੋ ਇਹਦਾ ਸਾਨੂੰ ਲਾਭ ਹੋਵੇਗਾ। ਅਤੇ ਮਹਾਰਾਜ ਕਹਿਣ ਲੱਗੇ, ਗੁਰੂ ਕੇ ਪਿਆਰਿਓ, ਹੁਣੇ ਜਦੋਂ ਸੂਰਜ ਨਿਕਲਣਾ ਹੈ, ਦਿਨ ਚੜ੍ਹਨਾ ਹੈ, ਅਤੇ ਆਪ ਵੇਖਿਓ ਕਿ ਸੂਰਜ ਦੀ ਕਿਰਨ ਜਿਹੜੀ ਹੈ ਪੈਂਦੀ ਹੈ ਅਤੇ ਇੱਕ ਆਪ ਨੂੰ ਕੋਈ ਚਮਕਦੀ ਚੀਜ਼ ਦਿਸੇਗੀ। ਸਤਿਗੁਰੂ ਜੀ ਕਹਿੰਦੇ ਉਹ ਕਿਵੇਂ? ਕਹਿੰਦੇ ਜਿਵੇਂ ਥੰਧਿਆਈ ਵਾਲਾ ਕੋਈ ਭਾਂਡਾ ਹੋਵੇ, ਘਿਓ ਵਾਲਾ ਕੋਈ ਭਾਂਡਾ ਭਾਵੇਂ ਟੁੱਟਾ ਵੀ ਹੋਵੇ, ਉਹਦੀਆਂ ਜਿਹੜੀਆਂ ਠੀਕਰੀਆਂ ਹਨ ਜਦੋਂ ਉਹਦੇ ਉੱਪਰ ਕਿਰਨਾਂ ਪੈਂਦੀਆਂ ਹਨ ਅਤੇ ਉਹ ਥੰਧਿਆਈ ਕਰਕੇ ਅਤੇ ਉਹਦੀ ਐਸੀ ਨਿਮਰਤਾ ਕਰਕੇ, ਕਿਉਂਕਿ ਉਹ ਮੁਲਾਇਮ ਹੋਇਆ ਹੁੰਦਾ, ਨਰਮ ਹੋਇਆ ਹੁੰਦਾ ਹੈ ਬਾਹਰੋਂ, ਇਸ ਕਰਕੇ ਜਦੋਂ ਉਹਦੇ ਉੱਪਰ ਕਿਰਨਾਂ ਪੈਂਦੀਆਂ ਹਨ ਅਤੇ ਚਮਕ ਪੈਂਦਾ ਹੈ, ਭਾਵੇਂ ਮਿੱਟੀ ਦੇ ਵਿੱਚ ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਇਸੇ ਤਰ੍ਹਾਂ ਜੇ ਅਸੀਂ ਕਹੀਏ ਅਸੀਂ ਬੇਸਮਝ ਹਾਂ, ਪਰ ਜਦੋਂ ਗੁਰਬਾਣੀ ਦੀ ਸਾਡੇ ਉੱਪਰ ਰੋਸ਼ਨੀ ਪੈਂਦੀ ਹੈ, ਜਿਵੇਂ ਦਵਾਈ ਖਾਣ ਤੋਂ ਪਹਿਲਾਂ ਮਰੀਜ਼ ਨੂੰ ਪਤਾ ਨਹੀਂ ਇਹ ਕੀ ਕਰੇਗੀ, ਕੀ ਇਹਦਾ ਅਸਰ ਹੈ, ਇਹ ਕੀ ਮਿੱਠੀ ਹੈ ਕਿ ਕੌੜੀ ਹੈ, ਕੀ ਇਹ ਅਸਰ ਕਰੇਗੀ, ਪਰ ਖਾਣ ਤੋਂ ਬਾਅਦ ਉਹਨੂੰ ਜਦੋਂ ਤੰਦਰੁਸਤੀ ਮਿਲਦੀ ਹੈ, ਪ੍ਰਸੰਨਤਾ ਮਿਲਦੀ ਹੈ, ਫਿਰ ਆਨੰਦ ਆਉਂਦਾ ਹੈ, ਪਤਾ ਲੱਗਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਭਾਈ ਬਾਣੀ ਦਾ
ਪਾਠ ਕਰਨਾ, ਸੁਣਨਾ, ਜਪਣਾ ਇਹਦਾ ਬੜਾ ਲਾਭ ਹੈ। ਤੇ ਜਿਉਂ-ਜਿਉਂ ਇਹਨੂੰ ਵਿਚਾਰਿਆ ਜਾਵੇ ਦੇ ਅਨੁਸਾਰ ਚੱਲਿਆ ਜਾਵੇ ਉਹਨਾਂ ਹੋਰ ਲਾਭ ਹੁੰਦਾ। ਜਿਵੇਂ ਸਿਆਣੇ ਕਹਿੰਦੇ ਜਿੰਨਾ ਗੁੜ ਪਾਈਏ ਓਨਾ ਮਿੱਠਾ ਹੁੰਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਹੁਣ ਇੱਥੇ ਕਿਰਪਾ ਕਰਦੇ ਹਨ ਕਿ ਭਾਈ ਇਹ ਜਿਹੜਾ ਮਹੀਨਾ ਹੈ ਇਹ ਐਸਾ ਮਹੀਨਾ ਹੈ ਕਿ ਜਿਵੇਂ ਇਸ ਮਹੀਨੇ ਦੇ ਵਿੱਚ ਠੰਡ ਦੇ ਵਿੱਚ ਦੱਸਿਆ ਜਾਂਦਾ ਕਿ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੇਮਕੁੰਟ ਪਰ ਜਾ ਕੇ ਬਹੁਤ ਲੰਮਾ ਸਮਾਂ ਤਪੱਸਿਆ ਕੀਤੀ ਹੈ ਪੂਰਬਲੇ ਜਨਮ ਦੇ ਵਿੱਚ। ਅੱਜ ਸਾਨੂੰ ਭੁਲੇਖਾ ਪਾ ਕੇ ਇਸ 10ਵੇਂ ਪਾਤਸ਼ਾਹ ਦੀ ਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ। ਕਿਉਂਕਿ ਜੇ ਖਾਲਸੇ ਨੇ ਆਪਣਾ ਜੀਵਨ ਵੇਖਣਾ ਤੇ ਦਸਮ ਗ੍ਰੰਥ ਨਾਲ ਜੁੜੇਗਾ ਤੇ ਖਾਲਸੇ ਨੂੰ ਆਪਣਾ ਸਿਲੇਬਸ ਪ੍ਰਾਪਤ ਹੋਵੇਗਾ। ਜੇ ਆਤਮਿਕ ਸ਼ਾਂਤੀ ਵਾਸਤੇ ਜਿੰਨੀ ਵੀ ਤਰੱਕੀ ਹੈ ਨਿਰੋਲ ਕਰਕੇ ਆਮ ਕਰਕੇ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਹਨ ਤੇ ਇਸ ਨੂੰ ਖੋਲ੍ਹ ਕੇ ਜਿਹੜਾ ਦੱਸਿਆ 10ਵੇਂ ਪਾਤਸ਼ਾਹ ਜੀ ਨੇ ਵਿੱਚੋਂ ਜਿੰਨੇ ਭੇਦ ਹਨ ਉੱਥੇ ਸਤਿਗੁਰਾਂ ਨੇ ਕਹਿਣਾ ਕੀਤਾ ਹੈ ਕਿ ਭਾਈ ਜਿਹੜਾ ਹੇਮਕੁੰਟ ਪਰਬਤ ਹੈ, ਹੇਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ। ਤੇ ਸਤਿਗੁਰੂ ਜੀ ਕਹਿੰਦੇ ਸਬਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਕਹਿੰਦੇ ਉਹ ਜਿਹੜਾ ਏਡਾ ਵੱਡਾ 7 ਚੋਟੀਆਂ ਵਾਲਾ ਬਰਫ਼ ਨਾਲ ਢੱਕਿਆ ਹੋਇਆ ਸੁਮੇਰ ਪਰਬਤ ਹੈ, ਹੇਮਕੁੰਟ ਪਰਬਤ ਹੈ। ਤੇ ਹੇਮਕੁੰਟ ਪਰਬਤ ਹੇਮ ਤੋਂ ਭਾਵ ਹੁੰਦਾ ਬਰਫ਼ ਤੇ ਕੁੰਟ ਤੋਂ ਭਾਵ ਹੁੰਦਾ ਉਹਦਾ ਵੱਡਾ ਇੱਕ ਜਿਹੜਾ ਖਜ਼ਾਨਾ ਤਲਾਅ ਸਰੋਵਰ ਵੱਡੇ ਤੋਂ ਵੱਡਾ ਕਹਿ ਲਈਏ ਉਹ ਬਰਫ਼ ਦਾ ਹੀ ਸਾਰਾ ਭਰਿਆ ਹੋਇਆ ਹੈ। ਉੱਥੇ 9 ਮਹੀਨੇ ਬਰਫ਼ ਪੈਂਦੀ ਹੈ ਤੇ 3 ਮਹੀਨੇ ਬਰਫ਼ ਪੱਗਰਦੀ ਹੈ ਪਰ ਫਿਰ ਵੀ ਧਰਤੀ ਉਹ ਪਾਸੇ ਨੰਗੀ ਨਹੀਂ ਹੁੰਦੀ ਬਰਫ਼ ਤੋਂ ਪਾਸੇ ਨਹੀਂ ਸਾਰੀ ਹਟਦੀ। ਉੱਥੇ ਬੜੇ ਬੜੇ ਜਾਣ ਤੋਂ ਅਸਫਲ ਰਹਿ ਗਏ, ਪਹੁੰਚ ਨਹੀਂ ਸਕੇ। ਪਾਂਡਵਾਂ ਦਾ ਵੱਡਾ ਇਸੇ ਬਰਫ਼ ਵਿੱਚ ਗਲ ਗਿਆ, ਹੋਰ ਕਈ ਇੱਥੇ ਰਹਿ ਗਏ ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਸੇ ਇਲਾਕੇ ਦੇ ਵਿੱਚ ਉਸ ਥਾਂ ਦੇ ਉੱਪਰ ਜਾ ਕੇ ਲੰਮਾ ਸਮਾਂ ਤਪੱਸਿਆ ਕੀਤੇ ਪਰ ਸਤਿਗੁਰਾਂ ਦਾ ਰੋਮ ਰੋਮ ਜਿਹੜਾ ਖਿੜਿਆ ਰਿਹਾ, ਕਿਸੇ ਤਰ੍ਹਾਂ ਕੋਈ ਵਿਘਨ ਨਹੀਂ ਹੋਇਆ। ਚਰਨ ਕਰੋ ਸ੍ਰੀ ਵਾਹਿਗੁਰੂ। ਭਾਵ ਕਹਿਣ ਦਾ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਜੋ ਬਚਨ ਦੱਸਦੇ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ। ਇਸ ਮਹੀਨੇ ਵਿੱਚ ਜਿਹੜੀ ਠੰਡ ਪੈਂਦੀ ਹੈ ਤੇ ਆਪ ਜਾਣਦੇ ਹੋ ਰੁੱਖ ਦਰਖਤ ਜਿਹੜੇ ਹਨ ਉਹਨਾਂ ਦੇ ਪੱਤੇ ਝੜ ਜਾਂਦੇ ਹਨ, ਸੁੱਕ ਜਾਂਦੇ ਹਨ ਤੇ ਉਹ ਬੇਰੋਬੇ ਜਿਹੇ ਬਣ ਜਾਂਦੇ ਹਨ। ਇਸੇ ਤਰ੍ਹਾਂ ਬਾਬਾ ਫਰੀਦ ਜੀ ਨੇ ਇਹਨਾਂ ਹਾਲਤਾਂ ਨੂੰ ਵੇਖ ਕੇ ਸਾਨੂੰ ਸਮਝਾਉਣਾ ਕੀਤਾ। ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾ ਉਹ ਨਾਏ। ਇਸ ਪ੍ਰਕਾਰ ਜਿਵੇਂ ਇਹ ਬਰਫ਼ ਪੈਂਦੀ ਹੈ, ਠੰਡ ਹੁੰਦੀ ਹੈ ਤੇ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ, ਇਸੇ ਤਰ੍ਹਾਂ ਜਦੋਂ ਇਹ ਠੰਡ ਤੋਂ ਭਾਵ ਬਿਰਧ ਅਵਸਥਾ ਆਉਂਦੀ ਹੈ ਤੇ ਜਿਵੇਂ ਵਣ ਤ੍ਰਿਣ ਸੋਖੇ ਘਾਹ ਕੱਖ ਪੱਤੇ ਸੁੱਕ ਜਾਂਦੇ ਝੜ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਤ੍ਰਿਣ ਭਾਵ ਤੋਂ ਸਾਡੇ ਜਿਹੜੇ ਹੱਡੀਆਂ ਹਨ ਹੋਰ ਐਸੇ ਸੂਖਮ ਜਿਹੜੇ ਅੰਗ ਹਨ ਉਹਨਾਂ ਦੀ ਸ਼ਕਤੀ ਘਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਫਿਰ ਜਿਹੜਾ ਇਹ ਸਰੀਰ ਹੈ ਜੰਗਲ ਵਾਂਗੂ ਜਿਹਦੇ ਵਿੱਚ ਸਭ ਕੁਝ ਸਤਿਗੁਰਾਂ ਬਖਸ਼ਣਾ ਕੀਤਾ ਹੈ ਇਹਦੇ ਵਿੱਚੋਂ ਵੀ ਰਸ ਜਿਹੜਾ ਸੁੱਕ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਫਿਰ ਦੇਹ ਜਿਹੜੀ ਹੈ ਆਪਣੀ ਜੋ ਹਰਕਤ ਕਰਨ ਤੋਂ ਕਾਰਜ ਕਰਨ ਤੋਂ ਅਸਫਲ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਜਿਵੇਂ ਪਾਣੀ ਟੋਬਿਆਂ ਦਾ ਹੋਰ ਕਈਆਂ ਥਾਵਾਂ ਦਾ ਸੁੱਕ ਜਾਂਦਾ ਹੈ ਜਾਂ ਜੰਮ ਜਾਂਦਾ, ਬਰਫ਼ ਜੰਮ ਜਾਂਦੀ ਹੈ। ਪੁਰਾਣੇ ਸਮੇਂ 'ਚ ਕਿੰਨੀ ਠੰਡ ਪੈਂਦੀ ਰਹੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਹਾਰਾਜ ਸਮਾਂ ਬੜਾ ਅਸੀਂ ਨਿਘਾ ਲਿਆ, ਵਡੇਪਾ ਆ ਗਿਆ ਤੇ ਹੁਣ ਕਿਰਪਾ ਕਰ ਸਾਡੇ 'ਤੇ ਕਿ ਇਹ ਸਮਾਂ ਜਿਹੜਾ ਸਾਡਾ ਸਫਲ ਹੋ ਜਾਵੇ। ਜਿੰਨਾ ਚਿਰ ਸਵਾਸ ਹਨ ਸਿਆਣੇ ਕਹਿੰਦੇ ਉਹਨਾਂ ਚਿਰ ਆਸ ਹੁੰਦੀ ਹੈ ਤੇ ਸਾਡਾ ਰਹਿੰਦਾ ਸਮਾਂ ਆਉਣ ਵਾਲਾ ਜਿਹੜਾ ਹੈ ਇਹ ਵੀ ਸਫਲ ਹੋ ਜਾਵੇ। ਬਾਬਾ ਕਬੀਰ ਜੀ ਕਹਿੰਦੇ ਹਨ ਭਾਈ ਜੇ ਸਵਾਸ ਆਉਂਦਿਆਂ ਤੱਕ ਪਹਿਲਾਂ ਜੀਵ ਨੂੰ ਸਮਝ ਆ ਜਾਵੇ, ਗੁਰੂ ਨਾਲ ਜੁੜ ਜਾਵੇ ਤੇ ਤਾਂ ਵੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਇਸ ਮਹੀਨੇ ਦਾ ਫਰਮਾਨ ਇੱਥੋਂ ਆਰੰਭ ਕਰਦੇ ਹਨ ਕਿ ਇਹ ਮਹੀਨੇ ਵਿੱਚ ਇੰਨੀ ਠੰਡ ਪੈਂਦੀ ਹੈ ਜਿਵੇਂ ਇਸੇ ਤਰ੍ਹਾਂ ਸਾਡੇ ਅੰਦਰ ਇਹ ਜਿਹੜਾ ਦਲਿੱਦਰ ਕਈ ਤਰ੍ਹਾਂ ਦਾ ਆਲਸ ਪੈਦਾ ਹੋ ਜਾਂਦਾ ਹੈ। ਬਿਰਧ ਅਵਸਥਾ ਦੇ ਵਿੱਚ ਇਹ ਜੀਵ ਆਪਣੀ ਜਿਹੜੀ ਕਰਮ ਕਿਰਿਆ ਕਰਨ ਤੋਂ ਜਿਹੜਾ ਹੈ ਫਿਰ ਪਿੱਛੇ ਰਹਿ ਜਾਂਦਾ ਹੈ
ਜਿਵੇਂ ਪਹਿਲਾਂ ਉਦਮ ਕਰਦਾ ਸੀ ਜਵਾਨੀ ਵਿੱਚ, ਉਹ ਕਾਰਜ ਨਹੀਂ ਹੁੰਦਾ। ਅੱਗੇ ਸਤਿਗੁਰੂ ਜੀ ਜਿਵੇਂ ਫਰਮਾਨ ਕਰਦੇ ਹਨ, ਸਰਵਣ ਕਰੀਏ। ਆਵਤ ਕੀ ਨਾਹੀ ਮਨ ਤਨ ਵਸੈ ਮੁਖ। ਮਹਾਰਾਜ ਕਹਿੰਦੇ, ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸਾਡੇ ਅੰਦਰ ਪ੍ਰਗਟ ਹੋ ਕੇ ਕਿਉਂ ਨਹੀਂ ਆਉਂਦਾ? ਕਿਉਂਕਿ ਵਸਦਾ ਤੂੰ ਸਾਰਿਆਂ ਦੇ ਵਿੱਚ ਹੈ। ਸਾਡੇ ਮੁਖ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਇਹ ਵੀ ਤੇਰੀ ਕਿਰਪਾ ਹੈ, ਤੇਰੀ ਤਾਕਤ ਹੈ। ਤੇ ਇਸ ਕਰਕੇ ਸਾਨੂੰ ਕਿਰਪਾ ਕਰਕੇ ਸਾਡੀ ਬੇਨਤੀ ਪ੍ਰਵਾਨ ਕਰਕੇ ਦਰਸ਼ਨ ਦੇਣਾ ਕਰੋ, ਕਿਉਂਕਿ ਪਰਮੇਸ਼ਰ ਸਾਰਿਆਂ ਵਿੱਚ ਵਸਦਾ ਹੈ। ਪਰ ਜਿੱਥੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਕੋਲ ਫਿਰ ਵਾਹਿਗੁਰੂ ਪ੍ਰਗਟ ਹੋ ਜਾਂਦਾ। ਜਿਹੜੇ ਪਾਸੇ ਵੇਖੇ ਉਸੇ ਪਾਸੇ ਹਰ ਚੀਜ਼ ਦੇ ਵਿੱਚੋਂ ਉਹਦਾ ਹੀ ਦੀਦਾਰ ਹੁੰਦਾ ਹੈ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੇ ਨਾ ਜਾਈ। ਗੁਰੂ ਐਸੀ ਨਿਗਾਹ ਜਿਹੜੀ ਸਾਫ਼ ਕਰ ਦਿੰਦਾ ਹੈ, ਨਜ਼ਰ ਪਵਿੱਤਰ ਕਰ ਦਿੰਦਾ ਹੈ। ਜਿਹੜੀ ਜਨਮਾਂ ਜਨਮਾਂ ਦੀ ਸਾਡੇ ਨੇਤਰਾਂ ਵਿੱਚ ਧੁੰਦ ਪਈ ਹੋਈ ਹੈ, ਧੁੰਦਲੀ ਨਿਗਾਹ ਹੋਈ ਹੈ, ਝੌਲਾ ਪੈਂਦਾ ਹੈ, ਕਈ ਤਰ੍ਹਾਂ ਦਾ ਭੁਲੇਖਾ ਪੈਂਦਾ ਹੈ, ਉਹ ਸਤਿਗੁਰੂ ਜੀ ਸਾਫ਼ ਦ੍ਰਿਸ਼ਟੀ ਕਰ ਦਿੰਦੇ ਹਨ ਜੀਵ ਦੇ। ਤੇ ਹਰ ਪਾਸੇ ਜਿਹੜਾ ਪਰਮੇਸ਼ਰ ਕਿਤੇ ਦਿਸਦਾ ਨਹੀਂ ਸੀ, ਜਿੱਧਰ ਵੇਖੀਏ ਉਧਰ ਨਜ਼ਰ ਆਉਂਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰ, ਜਿਵੇਂ ਹੋਰ ਅਨੇਕਾਂ ਜੀਵਾਂ ਨੂੰ ਤੂੰ ਤਾਰਨਾ ਕੀਤਾ, ਸਾਡੇ ਤੇ ਵੀ ਕਿਰਪਾ ਕਰ। ਇਹ ਵੀ ਪਤਾ ਲੱਗਾ ਹੈ ਕਿ ਮਹਾਰਾਜ ਜਿਹੜਾ ਮਨ ਹੈ ਉਹ ਵੀ ਤੇਰੀ ਕਿਰਪਾ ਦੇ ਨਾਲ ਹੀ ਜੀਵਦਾ, ਜਿੱਧਰ ਦੌੜਦਾ ਕਰਦਾ ਹੈ। ਤੇ ਇਸ ਕਰਕੇ ਤਨ ਵੀ ਤੇਰਾ ਬਖਸ਼ਿਆ ਹੋਇਆ ਹੈ ਤੇ ਸਾਰੇ ਸਰੀਰ ਦੇ ਵਿੱਚ ਹੀ ਤੇਰੀ ਸ਼ਕਤੀ ਹੈ। ਤੇ ਇਹ ਜਗ ਜੀਵਨ ਹੈ ਪਰਮੇਸ਼ਰ, ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ, ਤੂੰ ਕਿਰਪਾ ਕਰ, ਸਾਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਰ। ਤੇ ਗੁਰੂ ਦੀ ਆਗਿਆ ਦੇ ਨਾਲ ਜਦੋਂ ਸਾਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ ਤੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਗੁਰੂ ਦਾ ਸ਼ਬਦ ਜਿਹੜਾ ਹੈ ਉਹਦੀ ਕਮਾਈ ਹੋਵੇਗੀ। ਤੇ ਨਾਮ ਦਾ ਜਦੋਂ ਰਸ ਆਵੇਗਾ, ਆਨੰਦ ਹੋਵੇਗਾ, ਤਾਂ ਤੇਰੀ ਰਚਨਾ ਜਿਹੜੀ ਹੈ, ਤੇਰੀ ਬਖਸ਼ੀ ਹੋਈ ਹੈ ਸਾਰੀ ਸ੍ਰਿਸ਼ਟੀ ਹੈ, ਇਹਦੇ ਵਿੱਚ ਜੋ ਮਨੁੱਖ ਜਿੱਥੇ ਰਹਿ ਰਿਹਾ ਹੈ, ਜਿਹੜੇ ਸਰੀਰ ਵਿੱਚ ਰਹਿ ਰਿਹਾ ਹੈ ਤੇ ਜਿਹੜੇ ਮਨ ਦੇ ਨਾਲ ਜੁੜਿਆ ਹੋਇਆ ਹੈ, ਹਰ ਤਰ੍ਹਾਂ ਫਿਰ ਤੇਰੇ ਹੁਕਮ ਦੇ ਵਿੱਚ ਰਹਿ ਕਰਕੇ ਇਹਨੂੰ ਅਸਲ ਜਿਹੜਾ ਸੱਚਾ ਆਨੰਦ ਪ੍ਰਾਪਤ ਹੋਵੇਗਾ। ਫਿਰ ਬਚਨ ਕਰਦਾ ਹੈ ਜਗਿਆਸੂ, ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਪ੍ਰਕਾਰ ਸਮਝਾ ਰਹੇ ਹਨ। ਜਗਿਆਸੂ ਕਹਿ ਕੇ ਮਹਾਰਾਜ ਕਿਰਪਾ ਕਰੋ ਕਿ ਜਿਵੇਂ ਪਰਮੇਸ਼ਰ ਹਰ ਥਾਂ ਤੇ ਗੁਪਤ ਵਸਦਾ ਹੈ, ਤੇ ਕੀ ਉਹ ਦੁਨੀਆ ਸਾਰਿਆਂ ਥਾਵਾਂ ਤੇ ਵਸਦਾ ਹੈ, ਜਾਂ ਤੇਰੇ ਜਿਹੜੇ ਪਿਆਰੇ ਹਨ ਉਹਨਾਂ ਦੇ ਵਿੱਚ ਹੀ ਉਹਦੀ ਤਾਕਤ ਹੈ? ਫਿਰ ਦੁਬਾਰਾ ਪੁੱਛਣਾ ਕੀਤਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਭਾਈ ਨਹੀਂ, ਇਹ ਭੁਲੇਖਾ ਨਹੀਂ ਹੈ, ਕਿਉਂਕਿ ਉਹ ਵਾਹਿਗੁਰੂ ਤੇ ਕਣ ਕਣ ਦੇ ਵਿੱਚ ਮੌਜੂਦ ਹੈ। ਅੰਡਜ ਜੇਰਜ ਸੇਤਜ ਉਤਪੁਜ, ਇਹ ਚਾਰ ਖਾਣੀਆਂ ਹਨ। ਜਿਹੜੇ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਹਨ, ਇਸ ਪ੍ਰਕਾਰ ਪਹਿਲੀ ਇਹ ਖਾਣੀ ਹੈ, ਉਹਨਾਂ ਨੂੰ ਅੰਡਜ ਖਾਣੀ ਕਿਹਾ ਜਾਂਦਾ ਹੈ। ਫਿਰ ਜਿਵੇਂ ਜੇਰ ਤੋਂ ਪੈਦਾ ਹੁੰਦੇ ਹਨ ਮਨੁੱਖ, ਪਸ਼ੂ ਆਦਿਕ, ਉਹਨਾਂ ਨੂੰ ਜੇਰਜ ਖਾਣੀ ਕਿਹਾ ਜਾਂਦਾ ਹੈ। ਤੇ ਫਿਰ ਸੇਤਜ, ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਹਨ ਜੀਵ, ਜਿਹੜੇ ਜਦੋਂ ਮੁੜਕਾ ਆਉਂਦਾ ਹੈ, ਚਮਾਸਾ ਲੱਗਦਾ ਹੈ, ਕਈ ਤਰ੍ਹਾਂ ਦੇ ਜੀਵ ਪੈਦਾ ਹੋ ਜਾਂਦੇ ਹਨ, ਉਹਨੂੰ ਸੇਤਜ ਖਾਣੀ ਕਿਹਾ ਜਾਂਦਾ ਹੈ। ਤੇ ਜਿਹੜੇ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਹਨ, ਬਨਾਸਪਤੀ, ਰੁੱਖ ਦਰਖਤ, ਬ੍ਰਿਸ਼ ਆਦਿਕ, ਇਹਨਾਂ ਨੂੰ ਉਤਪੁਜ ਖਾਣੀ ਕਿਹਾ ਹੈ। ਇਹਨੂੰ ਚਾਰ ਖਾਣੀਆਂ ਕਹਿੰਦੇ ਹਨ। ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੇਨੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹੀ ਦੱਸਣਾ ਕੀਤਾ ਹੈ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਪ ਦੱਸਣਾ ਕੀਤਾ ਫਿਰ ਕਿ ਭਾਈ ਉਹ ਵਾਹਿਗੁਰੂ ਚੌਹਾਂ ਖਾਣੀਆਂ ਦੇ ਜੀਵਾਂ ਵਿੱਚ ਉਹ ਵਸਦਾ ਹੈ, ਸਤਾ ਕਰਕੇ, ਤਾਕਤ ਕਰਕੇ। ਉਹਦੀ ਕਿਰਪਾ ਹੋਵੇ ਤੇ ਸਾਰੇ ਜੀਵ ਚੱਲ ਰਹੇ ਹਨ, ਉਹਦੀ ਕਿਰਪਾ ਹੈ ਤੇ ਨਦੀਆਂ ਨਾਲੇ ਚੱਲ ਰਹੇ ਹਨ, ਇਸੇ ਤਰ੍ਹਾਂ ਹਵਾ ਚੱਲ ਰਹੀ ਹੈ, ਚੰਦ ਸੂਰਜ ਚੱਲ ਰਹੇ ਹਨ, ਇਹ ਸਾਰੇ ਉਹਦੀ ਤਾਕਤ ਦੇ ਨਾਲ ਹਨ, ਆਪਣੀ ਇਹਨਾਂ ਦੀ ਕੋਈ ਤਾਕਤ ਨਹੀਂ। ਸੂਤ ਖਿੰਚੇ ਢਹਿ ਢੇਰੀ ਹੋਏ, ਅੱਜ ਹੀ ਉਹ ਮਰਜ਼ਾਦਾ ਖਿੱਚ ਲਵੇ ਵਿੱਚੋਂ ਤਾਕਤ, ਕੋਈ ਵੀ ਕੁਝ ਨਹੀਂ ਹਰਕਤ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ। ਉਹ ਪਰਮੇਸ਼ਰ ਸਾਰਿਆਂ ਸਰੀਰਾਂ ਦੇ ਵਿੱਚ ਵਸ ਰਿਹਾ ਹੈ, ਸਮਾ ਰਿਹਾ ਹੈ, ਮਿਲ ਰਿਹਾ ਹੈ। ਦਰਸ਼ਨ ਦੇਹੋ ਦਇਆ ਪਤ ਦਾਤਰੀ, ਗਤ ਪਾਉ ਮਨ
ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੈ ਵਾਹਿਗੁਰੂ ਕਿਰਪਾ ਕਰੋ, ਸਾਨੂੰ ਗੁਰੂ ਦੀ ਸ਼ਰਨ ਵਿੱਚ ਲਿਆਉਣਾ ਕਰੋ, ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਰੋ, ਕਿਉਂਕਿ ਤੂੰ ਮਰਜ਼ਾਦਾ ਬਣਾਈ ਹੈ, ਜਿਹਨੂੰ ਵੀ ਤੂੰ ਮਿਲਿਆ ਹੈ ਗੁਰੂ ਤੋਂ ਬਿਨਾ ਮਿਲਦਾ ਨਹੀਂ। ਕਹਿੰਦੇ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ। ਕਹਿੰਦੇ ਜਿੰਨੇ ਵੀ ਏਡੇ ਏਡੇ ਮਹਾਨ ਪੁਰਖ ਹੋਏ ਹਨ ਪ੍ਰਾਤਨ ਯੁੱਗਾਂ ਵਿੱਚ, ਵਰਤਮਾਨ ਯੁੱਗ ਵਿੱਚ ਵੀ, ਕਹਿੰਦੇ ਇਹਨਾਂ ਨੂੰ ਗੁਰੂ ਤੋਂ ਬਿਨਾ ਪਰਮੇਸ਼ਰ ਤੋਂ ਕਦੇ ਨਹੀਂ ਮਿਲਦਾ। ਤੂੰ ਇਹ ਮਰਜ਼ਾਦਾ ਬਣਾਈ ਹੈ, ਜਿਹਨੂੰ ਤੂੰ ਮਿਲਣਾ ਹੈ ਵਿੱਚ ਵਿਚੋਲਾ ਗੁਰੂ ਰੱਖਿਆ ਹੈ, ਗੁਰੂ ਦੇ ਰਾਹੀਂ ਤੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਾਨੂੰ ਸੱਚੇ ਪੂਰੇ ਗੁਰੂ ਦੀ ਸ਼ਰਨ ਵਿੱਚ ਲਿਆਉਣਾ ਕਰ ਤੇ ਗੁਰੂ ਦੀ ਸਾਨੂੰ ਸਿੱਖੀ ਪ੍ਰਾਪਤ ਹੋ ਜਾਵੇ ਤੇ ਫਿਰ ਤੇਰਾ ਦਰਸ਼ਨ ਕਰ ਸਕੀਏ। ਤੇ ਜਿੰਨਾ ਚਿਰ ਇਹ ਗੁਰੂ ਦੀ ਸਿੱਖੀ ਪ੍ਰਾਪਤ ਨਹੀਂ ਹੁੰਦੀ, ਸੋਝੀ ਨਹੀਂ ਆਉਂਦੀ, ਮਨੁੱਖ ਸ਼ੁਭ ਕਿਰਤ ਨਹੀਂ ਕਰਦਾ, ਮੁਰਦੇ ਦੇ ਸਮਾਨ ਬਣਿਆ ਰਹਿੰਦਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾਤਾ ਤ੍ਰਿਪਤਾ ਜੀ ਇੱਕ ਵਾਰ ਕਹਿਣ ਲੱਗੇ, ਹੈ ਨਾਨਕ ਪੁੱਤਰ, ਕਿਸੇ ਵੇਲੇ ਤੂੰ ਕੋਈ ਗੱਲਬਾਤ ਵੀ ਕਰਿਆ ਕਰ, ਕੋਈ ਚੰਗਾ, ਕੋਈ ਸੰਸਾਰ ਦਾ ਬਚਨ, ਕੋਈ ਹੋਰ ਹੱਸਣ ਖੇਡਣ ਦਾ ਬਚਨ ਵੀ ਕਰ ਲਿਆ ਕਰ, ਮਨ ਖੁਸ਼ ਕਰ ਲਿਆ ਕਰ। ਤੂੰ ਰਾਤ ਦਿਨੇ ਇੱਕੇ ਉਦਾਸੀ ਦੇ ਵਿੱਚ ਨਾਮ ਹੀ ਜਪਦਾ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਮਾਤਾ ਜੀ ਤੂੰ ਧਨ ਹੈ ਜੋ ਇਹ ਪ੍ਰੇਮ ਦੇ ਵਿੱਚ ਬਚਨ ਕਰ ਰਹੀ ਹੈ, ਪਰ ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਜਿਉਂਦਾ ਵੇਖਣਾ ਚਾਹੁੰਦੀ ਹੈ ਕਿ ਮਰਦਾ ਵੇਖਣਾ ਚਾਹੁੰਦੀ ਹੈ। ਤੇ ਮਾਤਾ ਜੀ ਕਹਿਣ ਲੱਗੇ, ਮਾਤਾ ਕਦੋਂ ਕਹਿੰਦੀ ਮੇਰਾ ਪੁੱਤਰ ਨੂੰ ਕੁਝ ਹੋਵੇ? ਮਾਤਾ ਦੇ ਸੁੱਤਾ ਪਿਆ ਪੁੱਤਰ ਵੇਖ ਕੇ ਜਰਦੀ ਨਹੀਂ। ਇਸ ਕਰਕੇ ਮੈਂ ਤੈਨੂੰ ਹਰ ਵੇਲੇ ਖੁਸ਼ੀ ਖੇੜੇ ਵਿੱਚ ਵੇਖਣਾ ਚਾਹੁੰਦੀ ਹਾਂ। ਤੇ ਸਤਿਗੁਰੂ ਜੀ ਕਹਿੰਦੇ ਮੇਰਾ ਜੀਵਨ ਫਿਰ ਮਾਤਾ ਜੀ ਇਸ ਪ੍ਰਕਾਰ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ। ਇਹ ਦੁਨੀਆ ਦੇ ਜੀਵ ਕਹਿੰਦੇ ਨਾਮ ਜਪਣਾ ਬੜਾ ਔਖਾ, ਸਾਡੇ ਕੋਲ ਜਪਿਆ ਨਹੀਂ ਜਾਂਦਾ। ਹੋਰ ਭਾਵੇਂ ਜਿਹੜੀ ਜ਼ੁਬਾਨ 'ਤੇ ਗੱਲ ਨਹੀਂ ਚੜ੍ਹਦੀ ਉਹ ਵੀ ਬੋਲ ਲੈਂਦਾ ਹੈ ਮਨੁੱਖ, ਪਰ ਜਦੋਂ ਕੋਈ ਕਹਿੰਦਾ ਆਖੋ ਵਾਹਿਗੁਰੂ ਤੇ ਆਮ ਜੀਵਾਂ ਨੂੰ ਬੜੀ ਸੰਗ ਲੱਗਦੀ ਹੈ, ਜ਼ੁਬਾਨ ਬੋਲਣ ਤੋਂ ਬੜਾ ਸੰਕੋਚ ਕਰਦੀ, ਪਤਾ ਨਹੀਂ ਕੀ ਕੋਈ ਕਹੇਗਾ ਜੇ ਵਾਹਿਗੁਰੂ ਕਹਿ ਦਿੱਤਾ। ਜੇ ਵਾਹਿਗੁਰੂ ਬੋਲਣ ਤੋਂ ਹੀ ਸੰਗ ਲੱਗੀ ਤੇ ਪਰਮੇਸ਼ਰ ਨਾਲ ਕਿਵੇਂ ਮਿਲਿਆ ਜਾਵੇਗਾ? ਇਸ ਕਰਕੇ ਕਹਿੰਦੇ ਮਹਾਰਾਜ ਕਿਰਪਾ ਕਰ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਸਿੱਖ ਨੇ ਜਲ ਛਕਾਉਣ ਦਾ ਉਦਮ ਕੀਤਾ, ਮਹਾਰਾਜ ਕਹਿੰਦੇ ਕੋਈ ਲਾਗੇ ਸਿੱਖ ਹੈ ਸਾਨੂੰ ਜਲ ਛਕਾਵੇ। ਤੇ ਇੱਕ ਗੁਰੂ ਕਾ ਪ੍ਰੇਮੀ ਲਾਗੇ ਬੈਠਾ ਸੀ ਤੇ ਆਣ ਕੇ ਉਹਨੇ ਦਵ ਦਾ ਉਦਮ ਕਰਕੇ ਇੱਕ ਬਰਤਨ ਦੇ ਵਿੱਚ ਜਦੋਂ ਜਲ ਲਿਆਂਦਾ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਛਕਣ ਤੋਂ ਪਹਿਲਾਂ ਵੇਖਿਆ ਕਿ ਇਸ ਨੌਜਵਾਨ ਦੇ ਹੱਥ ਬੜੇ ਕੋਮਲ ਹਨ ਤੇ ਰੰਗ ਬੜਾ ਸਫੈਦ ਚਿੱਟਾ ਹੈ ਤੇ ਬੜਾ ਇਹ ਲਿੰਬਿਆ ਪੋਚਿਆ ਹੈ, ਆਪਣੇ ਸਰੀਰ ਨੂੰ ਸਾਫ਼ ਕੀਤਾ ਹੋਇਆ ਹੈ। ਤੇ ਕਹਿਣ ਲੱਗੇ ਭਾਈ ਪਹਿਲਾਂ ਇਹ ਦੱਸ, ਸਤਿਗੁਰਾਂ ਪਹਿਲਾਂ ਜਲ ਡੋਲ ਦਿੱਤਾ। ਤੇ ਕਹਿਣ ਲੱਗਾ ਮਹਾਰਾਜ ਮੈਂ ਤੇ ਜਲ ਬੜੇ ਪ੍ਰੇਮ ਨਾਲ ਲਿਆਂਦਾ ਸੀ, ਆਹ ਡੋਲ ਕਿਉਂ ਦਿੱਤਾ? ਮਹਾਰਾਜ ਕਹਿੰਦੇ ਅਸੀਂ ਮੁਰਦੇ ਦੇ ਕੋਲੋਂ ਕੁਝ ਛਕਦੇ ਨਹੀਂ, ਚਾਰਨ ਕਰੋ ਸ੍ਰੀ ਵਾਹਿਗੁਰੂ। ਕਹਿਣ ਲੱਗਾ ਮਹਾਰਾਜ ਮੈਂ ਤੇ ਤੁਰ ਕੇ ਲਿਆਂਦਾ ਹੈ ਜਲ, ਆਪਦੀ ਆਗਿਆ ਸੁਣ ਕਰਕੇ ਮੁਰਦਾ ਕਿਵੇਂ ਹਾਂ? ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਮਰਜ਼ਾਦਾ ਵਿੱਚ ਨਹੀਂ ਆਉਂਦਾ, ਹੱਥੀਂ ਕਿਰਤ ਨਹੀਂ ਕਰਦਾ, ਤੇ ਉਹ ਜੀਵ ਜਿਹੜਾ ਐਵੇਂ ਧਰਤੀ ਤੇ ਬੋਝ ਬਣਿਆ ਹੋਇਆ ਹੈ, ਇਸ ਕਰਕੇ ਮੁਰਦੇ ਦੇ ਸਮਾਨ ਉਹਨੂੰ ਜਿਉਂਦਾ ਨਹੀਂ ਮੰਨਿਆ ਜਾਂਦਾ। ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ। ਸਤਿਗੁਰਾਂ ਜਦੋਂ ਕਿਹਾ ਤੂੰ ਕੀ ਕਿਰਤ ਕਰਦਾ ਹੈ? ਕਹਿੰਦਾ ਮਹਾਰਾਜ ਸਾਡਾ ਕਾਰੋਬਾਰ ਬੜਾ ਵੱਡਾ ਹੈ, ਪਤਾ ਨਹੀਂ ਸਾਡਾ ਕਿੰਨਾ ਕੁ ਜਿਹੜਾ ਕਿਰਤ ਕਾਰੋਬਾਰ ਹੈ, ਕੰਮ ਹੈ, ਕਿੰਨੀਆਂ ਕੁ ਸਾਡੀਆਂ ਫੈਕਟਰੀਆਂ ਕਾਰਖਾਨੇ ਆਦਿਕ ਚੱਲਦੇ ਹਨ, ਬੜੇ ਬੜੇ ਨੌਕਰ ਰੱਖੇ ਹੋਏ ਹਨ, ਸਾਨੂੰ ਕੋਈ ਲੋੜ ਹੀ ਨਹੀਂ ਪਈ ਕੰਮ ਦੀ। ਤੇ ਮਹਾਰਾਜ ਕਹਿੰਦੇ ਜਿਹੜਾ ਨਿਕੰਮਾ ਬੰਦਾ ਹੈ ਉਹਦਾ ਤੇ ਨਾਂ ਲੈਣਾ ਵੀ ਮਾੜਾ ਹੈ। ਇਸ ਕਰਕੇ ਜਦੋਂ ਇਸ ਪ੍ਰਕਾਰ ਸਤਿਗੁਰਾਂ ਸਿੱਖਿਆ ਦੇਣੀ ਕੀਤੀ, ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਜਿਉਂਦਿਆਂ ਵਿੱਚ ਦਾਖਲ ਕਰ ਦਿਓ। ਜਿਹੜੇ ਤੇਰੇ ਸਿੱਖ ਜਾਗਦੇ ਹਨ, ਜਿਵੇਂ ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਦੁਨੀਆ ਦੇ ਲੋਕ ਸੌਂ ਜਾਂਦੇ ਹਨ ਤੇ ਰੱਬ ਦੇ ਪਿਆਰੇ ਉਸ ਵੇਲੇ ਰੱਬ ਨਾਲ ਜੁੜ ਜਾਂਦੇ ਹਨ। ਐਸਾ ਜੀਵਨ ਬਖਸ਼ਣਾ ਕਰੋ। ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਭਾਈ ਸਭ ਤੋਂ ਪਹਿਲਾਂ ਗੁਰਸਿੱਖੀ ਧਾਰਨ ਕਰ, ਜਿਹੜੀ ਸਭ ਤੋਂ ਪਹਿਲੀ ਸਟੇਜ ਹੈ। ਇਸ ਤੋਂ ਬਾਅਦ ਸੰਗਤ ਦੇ ਜੂਠੇ ਭਾਂਡੇ ਮਾਂਜਣਾ ਕਰ, ਫਿਰ ਪਾਣੀ ਢੋਣਾ ਕਰ, ਉਸ ਤੋਂ ਬਾਅਦ ਫਿਰ ਤੱਪੜ ਝਾੜਨਾ ਕਰ, ਪੱਖਾ ਝੱਲਣਾ ਕਰ। ਤੇ ਫਿਰ ਜਦੋਂ ਇਸ ਪ੍ਰਕਾਰ ਨਾਲ ਨਾਲ ਸਿਮਰਨ ਕਰੇਗਾ ਤੇ ਫਿਰ ਤੈਨੂੰ ਅਸਲ ਜਿਹੜਾ ਜੀਵਨ ਪ੍ਰਾਪਤ ਹੋਵੇਗਾ, ਤੈਨੂੰ ਪਤਾ ਲੱਗੇਗਾ ਕਿ ਜਿਉਂਦਾ ਮਨੁੱਖ ਅਸਲ ਕਿਸ ਹਾਲਤ ਦੇ ਵਿੱਚ ਹੈ।
ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਵੀ ਕਿਰਪਾ ਕਰਦੇ ਹਨ। ਮਹਾਰਾਜ ਐਸਾ ਜੀਵਨ ਸਾਨੂੰ ਬਖਸ਼ਣਾ ਕਰੋ, ਸਾਨੂੰ ਗੁਰਮਤਿ ਬਖਸ਼ਣਾ ਕਰੋ। ਅਸੀਂ ਮਨਮਤ ਦੇ ਪਿੱਛੇ ਚੱਲਦੇ ਹਾਂ, ਸਾਨੂੰ ਆਪਣੀ ਸਮੱਤ ਬਖਸ਼ੋ, ਜਿਸ ਕਰਕੇ ਤੇਰੇ ਹੁਕਮ ਅਨੁਸਾਰ ਚੱਲ ਕੇ ਸਮਾਂ ਸਫਲ ਕਰ ਸਕੀਏ। ਨਾਨਕ ਰੰਗ ਰਵੀ ਰਸ ਰਸੀਆ ਹਰਿ ਸੋ ਪ੍ਰੀਤ ਸਨੇਹੋ। ਨਾਨਕ ਰੰਗ ਰਵੀ ਰਸ ਰਸੀਆ ਹਰਿ ਸੋ ਪ੍ਰੀਤ ਸਨੇਹੋ। ਕਹਿੰਦੇ ਹੈ ਪਰਮੇਸ਼ਰ, ਜਿਹੜੇ ਤੇਰੇ ਰੰਗ ਦੇ ਵਿੱਚ ਰੱਤੇ ਹੋਏ ਹਨ, ਤੂੰ ਵੀ ਉਹਨਾਂ ਦਾ ਰਸੀਆ ਹੈ, ਉਹਨਾਂ ਨਾਲ ਪ੍ਰੇਮ ਕਰਦਾ ਹੈ। ਜਿਹੜੇ ਤੇਰੇ ਨਾਲ ਪ੍ਰੇਮ ਕਰਦੇ ਖਸਮੇ ਸੋਈ ਭਾਵਦਾ, ਖਸਮੇ ਦਾ ਭਾਣਾ ਜਿਸ ਭਾਵੈ। ਇਸ ਕਰਕੇ ਜਿਹੜੇ ਉਹਦੇ ਕੀਤੇ ਨੂੰ ਚੰਗਾ ਕਹਿੰਦੇ ਹਨ, ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਤੇ ਪਰਮੇਸ਼ਰ ਨੂੰ ਵੀ ਉਹੀ ਚੰਗੇ ਲੱਗਦੇ ਹਨ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਹਾਰਾਜ ਕਿਰਪਾ ਕਰੋ, ਗਤ ਪਾਓ ਮਤ ਦੇਹੋ। ਤੇ ਜਿਹੜੇ ਇਹ ਸਨੇਹ ਪ੍ਰੇਮ ਵਾਲੇ ਸ਼ੁਭ ਜਿਹੜੇ ਬਚਨ ਹਨ ਸਾਡੇ ਹਿਰਦੇ ਵਿੱਚ ਵਸਣਾ ਕਰਨ। ਤੇ ਅਸਲ ਜਿਹੜਾ ਸੱਚਾ ਪ੍ਰੇਮ ਹੈ, ਮਨ ਕਰਕੇ, ਤਨ ਕਰਕੇ, ਧਨ ਕਰਕੇ, ਉਹ ਸਾਨੂੰ ਬਖਸ਼ਣਾ ਕਰ। ਤੇਰੇ ਅਰਪਣ ਕਰ ਦਈਏ ਤਨ ਮਨ ਧਨ, ਤੇ ਤੇਰੀ ਆਗਿਆ ਅਨੁਸਾਰ ਚੱਲ ਕੇ ਇਹ ਸਮਾਂ ਸਾਡਾ ਸੁਹਾਵਣਾ ਹੋ ਸਕੇ। ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਇੱਥੋਂ ਤੱਕ ਇਹ ਬਚਨ ਦੱਸ ਕੇ ਵਿਸਰਾਮਤਾ ਸ਼ਬਦ ਦੀ ਬਖਸ਼ਣਾ ਕੀਤੀ ਹੈ ਕਿ ਭਾਈ ਜਿਹੜਾ ਗੁਰੂ ਕੀ ਸਿੱਖ ਕਿਰਪਾ ਕਰੇ ਕਿ ਇਹ ਜਿਹੜਾ ਮਹੀਨਾ ਹੈ ਆਪ ਜੀ ਨੇ ਸਰਵਣ ਕੀਤਾ ਹੈ, ਇਸ ਵਾਸਤੇ ਸਿਆਣੇ ਲੋਕ ਇਹਨਾਂ ਦਿਨਾਂ ਵਿੱਚ ਕੋਈ ਖੁਸ਼ੀ ਦਾ ਸਮਾਗਮ, ਕੋਈ ਵਿਆਹ ਸ਼ਾਦੀ ਤਾਂ ਹੀ ਨਹੀਂ ਰਚਦੇ ਕਿ ਸਾਡੇ ਵੱਡੇ ਵਡੇਰਿਆਂ ਨੇ, ਮਹਾਂਪੁਰਖਾਂ ਨੇ, ਸਤਿਗੁਰਾਂ ਨੇ ਸਿੱਖਾਂ ਸਿੰਘਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕਈ ਤਰ੍ਹਾਂ ਦੇ ਪਰਉਪਕਾਰ ਕਰਦਿਆਂ ਕਸ਼ਟ ਝੱਲੇ, ਅਕਹਿ ਤੇ ਅਸਹਿ ਕਸ਼ਟ ਸਹਾਰੇ ਹਨ। ਕਿਉਂ? ਆਪਣੇ ਵਾਸਤੇ ਨਹੀਂ, ਇਹ ਦੇਸ਼ ਧਰਮ ਕੌਮ ਵਾਸਤੇ, ਪਰਉਪਕਾਰ ਵਾਸਤੇ, ਮਜਲੂਮਾਂ ਦੀ ਰੱਖਿਆ ਵਾਸਤੇ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਸਾਰਾ ਮਹੀਨਾ ਜਿਹੜਾ ਹੈ ਇਹਨਾਂ ਕੁਰਬਾਨੀਆਂ ਦੇ ਨਾਲ ਜੁੜਿਆ ਹੋਇਆ ਹੈ। ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਅੱਗੇ ਬੇਨਤੀ ਕਰੀਏ, ਮਹਾਰਾਜ ਇਸ ਮਹੀਨੇ ਦੇ ਜਿਹੜਾ ਮੁੱਖ ਆਦੇਸ਼ ਹੈ, ਜੋ ਸਾਨੂੰ ਤੋਂ ਸਿੱਖਿਆ ਬਖਸ਼ਣਾ ਕੀਤੀ ਹੈ, ਉਸ ਨੂੰ ਅਸੀਂ ਕਮਾ ਕੇ ਤੇਰੇ ਖੁਸ਼ੀ ਦੇ ਪਾਤਰ ਬਣ ਸਕੀਏ। ਗੁਰੂ ਕੀ ਸਾਧ ਸੰਗਤ ਇੰਨੀਆਂ ਬੇਨਤੀਆਂ ਕਲਾ ਬਖਸ਼ਣਾ ਕਰ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਬੇਅੰਤ ਸਤਿਕਾਰ ਗੁਰਬਾਣੀ ਦਾ ਕੀਤਾ, ਮਹਾਰਾਜ ਸੇਵਕਾਂ ਦੀ ਭੇਟਾ ਮਨਜ਼ੂਰ ਕਰਨ ਦਰੋ ਕਰੋ। ਗੁਰਸਿੱਖੀ ਜੀਵਨ ਆਪਦੇ ਚਰਨਾਂ ਦਾ ਪ੍ਰੇਮ ਬਖਸ਼ਣ। ਗੁਰੂ ਕੀ ਸਾਧ ਸੰਗਤ ਸਤਿਗੁਰੂ ਕਿਰਪਾ ਕਰੇ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ, ਪੜ੍ਹਦੇ ਸੁਣਦੇ ਲਾਹੇਵੰਦ ਹੋਣ। ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ ਉਪਰੰਤ ਸੇਵਕ ਗੁਰਮੁਖਾਂ ਵੱਲੋਂ ਗੁਰੂ ਕੇ ਲੰਗਰ ਵਿੱਚ ਜੋ ਜਲ ਪਾਣੀ ਤਿਆਰ ਕੀਤਾ ਗਿਆ ਹੈ, ਦੇਗ ਪ੍ਰਾਪਤ ਕਰਨ ਤੋਂ ਉਪਰੰਤ ਪ੍ਰੇਮ ਦੇ ਨਾਲ ਗੁਰੂ ਕੇ ਲੰਗਰ ਵਿੱਚ ਹਾਜ਼ਰੀ ਲਾ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।